ਉਹ ਸੈਸ਼ਨਸ ਅਟੈਂਡ ਕਰਨਾ ਹੁੰਦਾ ਹੈ ਐਡਵੋਕੇਟ ਜਨਰਲ ਨੇ ਐਜ਼ ਐਂਡ ਵੈਨ ਰਿਕੁਆਇਰਡ। ਔਰ ਕੋਈ ਵੀ ਕਮੇਟੀਜ਼ ਦੇ ਜਿੱਥੇ ਕੋਈ ਲੀਗਲ ਇਸ਼ੂਜ਼ ਇਨਵੋਲਵ ਹੋਣ, ਲੈਜਿਸਲੇਸ਼ਨ ਕਮੇਟੀਜ਼ ਜਿਹੜੀਆਂ ਹੁੰਦੀਆਂ ਉਹਦੇ ਵਿੱਚ ਵੀ ਐਡਵੋਕੇਟ ਜਨਰਲ ਦਾ ਇੱਕ ਅਹਿਮ ਰੋਲ ਹੈ। ਤੋ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇਕੱਲੇ ਚੀਫ ਮਿਨਿਸਟਰ ਨਹੀਂ ਬਲਕਿ ਮਿਨਿਸਟਰਸ ਜਿਹੜੇ ਹੈਗੇ ਆ ਉਸ ਬੋਡੀ ਦੇ, ਉਸ ਅਸੈਂਬਲੀ ਦੇ, ਉਸ ਕੈਬਨਿਟ ਦੇ, ਉਹ ਸੁਜੈਸ਼ਨਸ ਦਿੰਦੇ ਔਰ ਸੀਐਮ ਉਸ 'ਤੇ ਫਾਈਨਲ ਡਿਸੀਜ਼ਨ ਲੈਂਦੇ। ਨਹੀਂ ਇੱਦਾਂ ਵੀ ਹੋ ਸਕਦਾ ਕਿ ਜਿਹੜਾ ਚੀਫ ਮਿਨਿਸਟਰ ਮਿਨਿਸਟਰਸ ਨੂੰ ਪੁੱਛੇ ਹੀ ਨਾ ਔਰ ਡਾਇਰੈਕਟਲੀ ਆਪ ਹੀ ਵੀਟੋ ਪਾਵਰ ਚਲਾ ਲਵੇ। ਨਹੀਂ, ਵੀਟੋ ਪਾਵਰ ਤਾਂ ਸਾਡੇ ਸੰਵਿਧਾਨ 'ਚ ਕਿਸੇ ਨੂੰ ਵੀ ਨਹੀਂ ਹੈਗੀ। ਇਸ ਡਿਸੀਜਨ ਦੇ ਵਿੱਚ ਕੋਈ ਗੈਰ ਸਰਕਾਰੀ ਸ਼ਖਸ ਜੋ ਮਰਜ਼ੀ ਪੋਜੀਸ਼ਨ ਹੋਲਡ ਕਰਦਾ ਹੋਵੇ, ਚਾਹੇ ਉਹ ਕਿਸੇ ਪੋਲੀਟੀਕਲ ਪਾਰਟੀ ਦਾ ਹੈੱਡ ਹੈ, ਜਿੱਦਾਂ ਸਾਡੇ ਸ਼੍ਰੀ ਨਵਜੋਤ ਸਿੰਘ ਸਿੱਧੂ ਸਟੇਟ ਕਾਂਗਰਸ ਦੇ ਹੈੱਡ ਹੈ, ਉਹਨਾਂ ਨੂੰ ਕੋਈ ਵੀ ਇਖਤਿਆਰ ਨਹੀਂ ਹੈ, ਕੋਈ ਰਾਈਟ ਨਹੀਂ ਹੈ ਕਿ ਉਹ ਐਡਵੋਕੇਟ ਜਨਰਲ ਦੀ ਆਫਿਸ ਦੇ ਵਿੱਚ ਨਿਯੁਕਤੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਆਪਣਾ ਨਿਰਦੇਸ਼ ਜਾਰੀ ਕਰਨ। ਦੇਖੋ ਦੋਨੇ ਚੀਜ਼ਾਂ ਸੰਦੀਪ ਜੀ, ਅਸੀਂ ਦੋਨੇ ਪਹਿਲੂ ਦੇਖੀਏ। ਪਹਿਲੀ ਗੱਲ ਤਾਂ ਇਹ ਹੈ ਕਿ ਇਹਨੂੰ ਪੋਲੀਟੀਸਾਈਜ਼ ਕਰਨਾ ਹੀ ਬਹੁਤ ਨਿੰਦਨੀय ਹੈ। ਬਿਲਕੁਲ ਠੀਕ ਹੈ। ਚਾਹੇ ਉਹ ਸ਼੍ਰੀ ਨਵਜੋਤ ਸਿੰਘ ਸਿੱਧੂ ਜੀ ਵੱਲੋਂ ਹੋਵੇ ਜਾਂ ਕਿਸੇ ਹੋਰ ਸ਼ਖਸ ਵੱਲੋਂ ਹੋਵੇ, ਏਜੀ ਆਫਿਸ ਨੂੰ ਪੋਲੀਟੀਸਾਈਜ਼ ਕਰਨਾ ਬਹੁਤ ਹੀ ਨਿੰਦਨੀय ਹੈ। ਸੋ ਇੱਥੋਂ ਪਤਾ ਲੱਗਦਾ ਪਿਆ ਹੈ ਕਿ ਸਾਰੇ ਇਸ਼ੂ ਨੂੰ ਇੱਕ ਸਾਈਡ ਟਰੈਕ ਕਰਨ ਦੀ ਕੋਸ਼ਿਸ਼ ਹੈ ਪ੍ਰੈਜ਼ੈਂਟ ਗਵਰਨਮੈਂਟ ਵੱਲੋਂ ਜਾਂ ਈਵਨ ਕਾਂਗਰਸ ਪਾਰਟੀ ਵੱਲੋਂ। ਕਿਉਂਕਿ ਅਗਰ ਨਾ ਹੀ ਇਹ ਇੱਥੋਂ ਲੱਗਦਾ ਹੈ ਕਿ ਨਾ ਹੀ ਸਰਕਾਰ ਇਸ ਲਈ ਇੰਟਰਸਟਿਡ ਹੈ ਜਾਂ ਸੀਰੀਅਸ ਹੈ ਕਿ ਇਸ ਮੈਟਰ ਨੂੰ ਅਸੀਂ ਕਿਸੇ ਨਾ ਕਿਸੇ ਲੌਜੀਕਲ ਕਨਕਲੂਜਨ ਤੱਕ ਲੈ ਕੇ ਜਾਈਏ, ਨਾ ਹੀ ਕਾਂਗਰਸ ਪਾਰਟੀ ਇਹਦੇ ਵੱਲੋਂ ਸੀਰੀਅਸ ਲੱਗਦੀ ਹੈ ਕਿ ਇਸ ਦਾ ਕੋਈ ਹੱਲ ਪਬਲਿਕ ਦੇ ਸਾਹਮਣੇ ਆਵੇ। ਕਾਂਗਰਸ ਪਾਰਟੀ ਦੀ ਸਰਕਾਰ ਹੋਵੇ ਔਰ ਕਾਂਗਰਸ ਦੇ ਹੈੱਡ ਜਿਹੜੇ ਹੈ ਉਹ ਕੁਝ ਕਹਿਣ ਔਰ ਕਾਂਗਰਸ ਦੀ ਜਿਹੜੀ ਸਰਕਾਰ ਹੈ ਸਟੇਟ 'ਚ ਬਣੀ ਹੋਈ ਉਹ ਕੁਝ ਹੋਰ ਕਹਿਣ। ਨਵਜੋਤ ਸਿੰਘ ਸਿੱਧੂ ਜੀ ਕਹਿੰਦੇ ਆ ਜੀ ਕਿ ਇਹ ਜਿਹੜੇ ਸ਼ਖਸ ਹੈ ਜਿਨ੍ਹਾਂ ਨੂੰ ਅਪੁਆਇੰਟ ਕੀਤਾ ਗਿਆ, ਐਡਵੋਕੇਟ ਜਨਰਲ ਬਣਾਇਆ ਗਿਆ ਹੈ, ਉਹ ਸਹੀ ਨਹੀਂ ਹੈ, ਉਹ ਇਸ ਦੇ ਲਈ ਫਿੱਟ ਨਹੀਂ ਹੈਗੇ ਤੇ ਉਹਨਾਂ ਨੂੰ ਉਤਾਰਿਆ ਜਾਵੇ। ਜਦੋਂ ਤੱਕ ਨਵਾਂ ਨਹੀਂ ਬਣੇਗਾ ਮੈਂ ਚਾਰਜ ਨਹੀਂ ਲਵਾਂਗਾ। ਦੂਸਰੇ ਪਾਸੇ ਸਾਡੇ ਚੀਫ ਮਿਨਿਸਟਰ ਹੈ, ਜਿਹੜੇ ਗਵਰਨਮੈਂਟ ਦੇ ਲੋਕ ਹੈ, ਉਹ ਕਹਿੰਦੇ ਆ ਕਿ ਜੋ ਅਸੀਂ ਕੀਤਾ ਹੈ ਬਿਲਕੁਲ ਸਹੀ ਕੀਤਾ ਹੈ। ਸੋ ਇਹ ਚੀਜ਼ਾਂ ਨੂੰ ਦੇਖਦੇ ਹੋਏ ਇਹ ਮਨ ਦੇ ਵਿੱਚ ਇਹੀ ਗੱਲ ਨਿਕਲਦੀ ਹੈ, ਅਸਲੀਅਤ ਇਹੀ ਨਿਕਲਦੀ ਹੈ ਸਾਡੇ ਕਿ ਬਈ ਇਹ ਸਾਰੀ ਚੀਜ਼ ਨੂੰ ਪੋਲੀਟੀਸਾਈਜ਼ ਕਰਕੇ ਲੋਕਾਂ ਨੂੰ ਬਰਗਲਾ ਕੇ ਬੇਅਦਬੀ ਮਾਮਲਾ ਤਾਂ ਕੀ ਹੈ, ਇੱਦਾਂ ਦਾ ਇੱਦਾਂ ਹੀ ਇਹ ਅਲਾਈਵ ਰਵੇ, ਇਹਦਾ ਕੋਈ ਹੱਲ ਨਾ ਹੋਵੇ। जनहितैषी टीआरपी नहीं खरीदते, भरोसा जीतते हैं हम। ਸਤਿ ਸ਼੍ਰੀ ਅਕਾਲ ਜੀ, ਮੈਂ ਸੰਦੀਪ ਸ਼ਰਮਾ ਇੱਕ ਵਾਰੀ ਫਿਰ ਤੁਹਾਡੇ ਨਾਲ ਰੂਬਰੂ ਹੋ ਰਿਹਾ ਇਸ ਵੇਲੇ ਦੀ ਵੱਡੀ ਅਪਡੇਟ ਲੈ ਕੇ। ਵੱਡੀ ਅਪਡੇਟ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਲਗਾਤਾਰ ਟਵੀਟ ਦੇ ਥਰੂ ਜਿਹੜੇ ਸਾਡੇ ਐਡਵੋਕੇਟ ਜਨਰਲ ਹੈਗੇ ਹੈ, ਏਜੀ ਹੈਗੇ ਹੈ, APS ਦਿਓਲ ਜੀ, ਉਹਨਾਂ 'ਤੇ ਉਹਨਾਂ ਦਾ ਜਿਹੜਾ ਆਰੋਪ ਪ੍ਰਤਿਆਰੋਪ ਲਗਾਤਾਰ ਜਾਰੀ ਹੈ। ਕੱਲ੍ਹ ਇੱਕ ਵਾਰੀ ਫਿਰ ਉਹਨਾਂ ਨੇ ਇੱਕ ਨਵੇਂ ਟਵੀਟ ਕਰ ਦਿੱਤੇ ਉਹਨਾਂ ਦੇ ਅਗੇਂਸਟ। ਬਹੁਤ ਸਾਰੇ ਸ਼ਬਦਾਵਲੀ ਜਿਹੜੀ ਹੈਗੀ ਹੈ ਉਹਨਾਂ ਨੇ ਇੱਦਾਂ ਦੀ ਇਸਤੇਮਾਲ ਕੀਤੀ ਹੈ ਜਿਹਦੇ ਨਾਲ ਪੂਰੀ ਦੀ ਪੂਰੀ ਇਸ ਪੋਸਟ ਦੀ ਗਰਿਮਾ ਨੂੰ ਜਿਹੜੀ ਹੈਗੀ ਹੈ ਲੈ ਕੇ ਕੁਐਸਚਨ ਉੱਠ ਰਿਹਾ। ਔਰ ਉੱਥੇ ਹੀ ਉਹਨਾਂ ਨੇ ਜਿਹੜੇ APS ਦਿਓਲ ਜਿਹੜੇ ਹੈਗੇ ਆ ਉਹਨਾਂ ਨੂੰ ਲੈ ਕੇ ਪਰਸਨਲ ਨਿੱਜੀ ਤੌਰ 'ਤੇ ਵੀ ਬੜੇ ਸਾਰੇ ਸਵਾਲ ਖੜੇ ਕਰ ਦਿੱਤੇ ਹੈ ਕਿ ਉਹਨਾਂ 'ਤੇ ਆਰੋਪ ਲਗਾਏ ਗਏ ਹੈ ਕਿ ਟਵੀਟ ਦੇ ਥਰੂ ਕਿ ਉਹ ਜਿਹੜਾ ਇਸ ਜਿਹੜੀ ਪੋਸਟ ਦਾ ਇਸਤੇਮਾਲ ਕਰਕੇ ਰਾਜਨੀਤਿਕ ਲਾਭ ਲੈਣਾ ਚਾਹੁੰਦੇ ਆ, ਫਿਊਚਰ 'ਚ ਜੱਜ ਜੁਡੀਸ਼ਰੀ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ। ਸੋ ਬਹੁਤ ਸਾਰੇ ਆਰੋਪ ਹੈ, ਪਰ ਇਹ ਸਾਰੇ ਆਰੋਪਾਂ ਦੇ ਵਿੱਚ ਅਸੀਂ ਪਹੁੰਚੇ ਅੱਜ ਇਸ ਸਾਰੇ ਮਾਮਲੇ ਦੇ ਲਈ ਇੱਕ ਐਕਸਪਰਟ ਦਾ ਵਿਊ ਲੈਣ ਪਹੁੰਚੇ ਹਾਂ। ਸੋ ਅਸੀਂ ਪਹੁੰਚੇ ਐਡਵੋਕੇਟ ਪਿਊਸ਼ ਕਾਂਤ ਜੈਨ ਜੀ ਕੋਲ, ਜਿਹੜੇ ਕਿ ਖੁਦ ਐਡੀਸ਼ਨਲ ਜਿਹੜੇ ਹੈਗੇ ਹੈ ਐਡਵੋਕੇਟ ਜਨਰਲ ਰਹੇ ਹੈਗੇ ਹੈ, ਉਸ ਆਫਿਸ ਦੇ ਵਿੱਚ ਲਗਾਤਾਰ 3 ਟਰਮਸ 'ਚ ਕੰਮ ਕਰ ਚੁੱਕੇ ਹੈ। ਸੋ ਇਹ ਸਾਰਿਆਂ ਤੋਂ ਇਹਨਾਂ ਨੂੰ ਪੁੱਛਦੇ ਹੈ ਕਿ ਕੀ ਇਹ ਸਾਰਾ ਸਿਸਟਮ ਕੀ ਹੈ, ਕਿਉਂ ਇੱਦਾਂ ਦੀ ਖਿਚੜੀ ਪੱਕ ਰਹੀ ਹੈ, ਕਿਉਂ ਆਰੋਪ ਪ੍ਰਤਿਆਰੋਪ ਲੱਗ ਰਿਹਾ ਹੈ, ਐਕਚੁਅਲ 'ਚ
ਇਹਦਾ ਕੋਈ ਹੋਰ ਹੱਲ ਹੋ ਸਕਦਾ ਜਾਂ ਨਹੀਂ ਹੋ ਸਕਦਾ? ਨਮਸਕਾਰ ਸਰ। ਨਮਸਕਾਰ ਸੰਦੀਪ ਜੀ। ਸਰ ਪਹਿਲਾਂ ਤਾਂ ਸਾਨੂੰ ਇਹ ਦੱਸੋ, ਤੁਸੀਂ ਦੇਖ ਹੀ ਰਹੇ ਹੋਵੋਗੇ ਕਿ ਇਹ ਜਿਹੜਾ ਏਜੀ ਨੂੰ ਲੈ ਕੇ ਬੜਾ ਵਾਦ ਵਿਵਾਦ ਛਿੜਿਆ ਹੋਇਆ ਹੈ। ਤੁਸੀਂ, ਸਾਨੂੰ ਪਤਾ ਹੈ ਕਿ ਉਸ ਆਫਿਸ ਦੇ ਵਿੱਚ ਰਹੇ ਹੋ ਬਹੁਤ, ਇੱਕ ਵਾਰ ਨਹੀਂ, 2 ਵਾਰ ਨਹੀਂ, ਬਲਕਿ 3 ਵਾਰ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਇਹ ਬਰਗਾੜੀ ਕਾਂਡ ਹੋਇਆ ਉਸ ਦੌਰਾਨ ਵੀ ਤੁਸੀਂ ਉਸ ਆਫਿਸ ਦੇ ਖਾਸ ਇੱਕ ਅਹਿਮ ਅਹੁਦੇ 'ਤੇ ਬੈਠੇ ਸੀ। ਸੋ ਸਾਨੂੰ ਦੱਸੋ ਕਿ ਇਹ ਸਾਰੇ ਮਾਮਲੇ ਦੇ ਵਿੱਚ ਕੀ ਇਹ ਇੱਦਾਂ ਹੀ ਆਰੋਪ ਪ੍ਰਤਿਆਰੋਪ ਲੱਗਦੇ ਰਹਿਣਗੇ, ਇਹ ਪੋਲੀਟੀਸਾਈਜ਼ ਹੀ ਹੁੰਦਾ ਰਹੇਗਾ, ਜਾਂ ਇਹਦਾ ਕੋਈ ਹੋਰ ਕਾਮਨ ਨਿਊਟਰਲ ਹੱਲ ਵੀ ਹੈਗਾ? ਸੰਦੀਪ ਜੀ, ਬੜੀ ਅਨਫੋਰਚੂਨੇਟ ਗੱਲ ਹੈ ਕਿ ਇੱਕ ਪੋਲੀਟੀਕਲ ਪੋਜੀਸ਼ਨ ਨੂੰ ਯੂਜ਼ ਕਰਦੇ ਹੋਏ ਇੱਕ ਕਨਸਟੀਟਿਊਸ਼ਨਲ ਜਿਹੜਾ ਆਫਿਸ ਹੈ ਐਡਵੋਕੇਟ ਜਨਰਲ ਦਾ, ਉਹਦੀ ਗਰਿਮਾ ਨੂੰ ਬੜੀ ਠੇਸ ਪਹੁੰਚਾਈ ਜਾ ਰਹੀ ਹੈ। ਦੇਖੋ, ਮੈਂ ਇਸ ਆਫਿਸ ਨਾਲ 9 ਸਾਲ ਜੁੜਿਆ ਰਿਹਾ। April 2007 ਦੇ ਵਿੱਚ ਐਜ਼ ਐਡੀਸ਼ਨਲ ਐਡਵੋਕੇਟ ਜਨਰਲ ਮੈਂ ਅਪਾਇੰਟ ਹੋਇਆ ਸੀ ਔਰ 31 ਜਨਵਰੀ 2016 ਤੱਕ ਮੈਂ ਇਸ ਪੋਜੀਸ਼ਨ 'ਤੇ ਐਡਵੋਕੇਟ ਜਨਰਲ ਆਫਿਸ ਦੇ ਵਿੱਚ ਕਾਰਿਆਰਤ ਰਿਹਾ। 3 ਐਡਵੋਕੇਟ ਜਨਰਲਸ ਦੇ ਨਾਲ ਮੈਂ ਕੰਮ ਕੀਤਾ। ਕਿਸ ਪੋਸਟ 'ਤੇ ਕੰਮ ਕੀਤਾ ਸਰ? ਮੈਂ ਐਜ਼ ਐਡੀਸ਼ਨਲ ਐਡਵੋਕੇਟ ਜਨਰਲ ਲਗਾਤਾਰ ਫॉर 9 ਈਅਰਸ। ਸਭ ਤੋਂ ਪਹਿਲੇ ਮਿਸਟਰ HS ਮੱਤੇਵਾਲ ਐਡਵੋਕੇਟ ਜਨਰਲ ਸਨ, ਜਿਨ੍ਹਾਂ ਨਾਲ ਮੈਂ ਕੰਮ ਕੀਤਾ। ਫਿਰ ਉਹਨਾਂ ਦੇ ਕੁਝ ਮੈਡੀਕਲ ਗਰਾਊਂਡਸ ਕਰਕੇ ਜਦੋਂ ਉਹਦੀ ਵਰਕ ਨਹੀਂ ਕਰ ਸਕੇ, ਫਿਰ ਸ਼੍ਰੀ ਬਲਦੇਵ ਸਿੰਘ ਸੀਨੀਅਰ ਐਡਵੋਕੇਟ ਜਨਰਲ ਬਣੇ, ਉਹਨਾਂ ਨਾਲ ਮੈਂ ਕੰਮ ਕੀਤਾ। ਔਰ ਉਸ ਤੋਂ ਬਾਅਦ ਸ਼੍ਰੀ ਅਸ਼ੋਕ ਅਗਰਵਾਲ ਸੀਨੀਅਰ ਐਡਵੋਕੇਟ, ਉਹ ਐਡਵੋਕੇਟ ਜਨਰਲ ਬਣੇ ਔਰ ਉਹਨਾਂ ਨਾਲ ਮੈਂ ਕੰਮ ਕੀਤਾ। ਐਡਵੋਕੇਟ ਜਨਰਲ ਦਾ ਜਿਹੜਾ ਆਫਿਸ ਹੈ, ਐਡਵੋਕੇਟ ਜਨਰਲ ਦੀ ਜਿਹੜੀ ਪੋਜੀਸ਼ਨ ਹੈ, ਇਹ ਇੱਕ ਕਨਸਟੀਟਿਊਸ਼ਨਲ ਪੋਜੀਸ਼ਨ ਹੈ। ਆਰਟੀਕਲ 165 ਹੈ ਸਾਡੇ ਕਨਸਟੀਟਿਊਸ਼ਨ ਆਫ ਇੰਡੀਆ ਦਾ, ਜਿਹਦੇ ਵਿੱਚ ਐਡਵੋਕੇਟ ਜਨਰਲ ਦੀ ਨਿਯੁਕਤੀ ਕੀਤੀ ਜਾਂਦੀ ਹੈ। ਔਰ ਐਡਵੋਕੇਟ ਜਨਰਲ ਦੀ ਨਿਯੁਕਤੀ ਜਿਹੜੀ ਹੈ, ਉਹਨੇ ਸਰਕਾਰ ਵੱਲੋਂ ਉਸ ਸਟੇਟ ਦੇ ਸਾਰੇ ਜੋ ਲਿਟੀਗੇਸ਼ਨ ਹੈ, ਪਰਟੀਕੁਲਰਲੀ ਹਾਈ ਕੋਰਟ ਔਰ ਸੁਪਰੀਮ ਕੋਰਟ ਲੈਵਲ ਦੀ, ਉਹਨੂੰ ਮੋਨੀਟਰ ਕਰਨਾ ਹੈ, ਉਹਨੂੰ ਕੰਟਰੋਲ ਕਰਨਾ ਹੈ, ਉਹਨੂੰ ਕੰਡਕਟ ਕਰਨਾ। ਔਰ ਉਹਦੇ ਨਾਲ ਨਾਲ ਸਰਕਾਰ ਨੂੰ ਹਰ ਕਾਨੂੰਨੀ ਪਹਿਲੂ 'ਤੇ, ਲੀਗਲ ਇਸ਼ੂਜ਼ 'ਤੇ, ਔਰ ਸਰਕਾਰ ਵੱਲੋਂ ਜਦੋਂ ਵੀ ਐਜ਼ ਐਂਡ ਵੈਨ ਰਿਕੁਆਇਰਡ ਆਪਣੀ ਸਲਾਹ ਦੇਣੀ। ਸੋ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਇਹਦਾ ਮਤਲਬ ਇਹ ਹੈ ਕਿ ਇਹ ਇੱਕ ਵਿਸ਼ਵਾਸ ਦਾ ਡੈਜ਼ਿਗਨੇਸ਼ਨ ਹੈ ਕਿ ਉਸ 'ਤੇ ਟਰਸਟ ਬਹੁਤ ਜ਼ਰੂਰੀ ਹੈ, ਕਿਉਂਕਿ ABCD ਕੋਈ ਵੀ ਹੋ ਸਕਦਾ ਹੈ। ਸੋ ਸਰਕਾਰ ਤੇ ਉਹ ਸਰਕਾਰ ਲਈ ਕੰਮ ਕਰਦੇ ਹੈ, ਅਤੇ ਇਸ ਲਈ ਇੱਕ ਤਰ੍ਹਾਂ ਦਾ ਇਹ ਟਰਸਟ ਫੈਕਟਰ ਜੁੜਿਆ ਹੋਇਆ ਇਹਦੇ 'ਤੇ, ਇਸ ਸੀਟ ਦਾ। ਮੈਂ ਇਹੀ ਤੁਹਾਨੂੰ ਦੱਸਣਾ ਚਾਹ ਰਿਹਾ ਕਿ ਇਹ ਸੰਵਿਧਾਨਿਕ ਪੋਜੀਸ਼ਨ ਦੇ ਵਿੱਚ ਐਡਵੋਕੇਟ ਜਨਰਲ ਇੱਕ ਮਿਨਿਸਟਰੀ ਦਾ, ਗਵਰਨਮੈਂਟ ਦਾ ਇੰਟੈਗਰਲ ਇੱਕ ਹਿੱਸਾ ਹੈ। ਠੀਕ ਹੈ ਜੀ। ਔਰ ਤੁਹਾਨੂੰ ਇਹ ਵੀ ਮੈਂ ਦੱਸਣਾ ਚਾਹਾਂਗਾ ਕਿ ਲੈਜਿਸਲੇਚਰ ਦੇ ਵਿੱਚ, ਅਸੈਂਬਲੀ ਦੇ ਵਿੱਚ ਐਡਵੋਕੇਟ ਜਨਰਲ ਦੀ ਇੱਕ ਸਪੈਸ਼ਲ ਸੀਟ ਹੈ। ਠੀਕ ਹੈ ਜੀ। ਉਹ ਸੈਸ਼ਨਸ ਅਟੈਂਡ ਕਰਨਾ ਹੁੰਦਾ ਹੈ ਐਡਵੋਕੇਟ ਜਨਰਲ ਨੇ ਐਜ਼ ਐਂਡ ਵੈਨ ਰਿਕੁਆਇਰਡ। ਔਰ ਕੋਈ ਵੀ ਕਮੇਟੀਜ਼ ਦੇ ਜਿੱਥੇ ਕੋਈ ਲੀਗਲ ਇਸ਼ੂਜ਼ ਇਨਵੋਲਵ ਹੋਣ, ਲੈਜਿਸਲੇਸ਼ਨ ਕਮੇਟੀਜ਼ ਜਿਹੜੀਆਂ ਹੁੰਦੀਆਂ, ਉਹਦੇ ਵਿੱਚ ਵੀ ਐਡਵੋਕੇਟ ਜਨਰਲ ਦਾ ਇੱਕ ਅਹਿਮ ਰੋਲ ਹੈ ਜੀ। ਸੋ ਇਹ ਤਾਂ ਹੈ ਉਹਨਾਂ ਦੀ ਕਨਸਟੀਟਿਊਸ਼ਨਲ ਪੋਜੀਸ਼ਨ। ਬਿਲਕੁਲ ਠੀਕ ਹੈ ਜੀ। ਐਡਵੋਕੇਟ ਜਨਰਲ ਦੀ ਜਿਹੜੀ ਅਪਾਇੰਟਮੈਂਟ ਹੈ, ਉਹ ਉਸ ਵੇਲੇ ਦੀ ਜਿਹੜੀ ਸਰਕਾਰ ਹੈ, ਗਵਰਨਮੈਂਟ ਹੈ, ਗਵਰਨਮੈਂਟ ਮੀਨਸ ਦੀ ਕੈਬਨਿਟ ਕਾਉਂਸਲ ਆਫ ਮਿਨਿਸਟਰਸ ਹੈਡਡ ਬਾਈ ਦੀ ਚੀਫ ਮਿਨਿਸਟਰ ਜੀ। ਉਹ ਡਿਸਾਈਡ ਕਰਦੀ ਹੈ ਕਿ ਕਿਹੜੇ ਬੰਦੇ ਨੂੰ ਅਸੀਂ ਐਡਵੋਕੇਟ ਜਨਰਲ ਬਣਾਉਣਾ ਹੈ, ਜਿਹੜਾ ਕੁਆਲੀਫਾਈ ਕਰਦੇ ਹੈ ਆਰਟੀਕਲ 165 ਦੇ ਵਿੱਚ। ਸੋ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇਕੱਲੇ ਚੀਫ ਮਿਨਿਸਟਰ ਨਹੀਂ, ਬਲਕਿ ਮਿਨਿਸਟਰਸ ਜਿਹੜੇ ਹੈਗੇ ਆ ਉਸ ਬੋਡੀ ਦੇ, ਉਸ ਅਸੈਂਬਲੀ ਦੇ, ਉਸ ਕੈਬਨਿਟ ਦੇ, ਉਹ ਸੁਜੈਸ਼ਨਸ ਦਿੰਦੇ ਔਰ CM ਉਸ 'ਤੇ ਫਾਈਨਲ ਡਿਸੀਜਨ ਲੈਂਦੇ। ਨੈਚੁਰਲੀ ਦੇਖੋ, ਚੀਫ ਮਿਨਿਸਟਰ ਇਜ਼ ਹੈਡ ਆਫ ਦੀ ਕਾਉਂਸਲ ਆਫ ਮਿਨਿਸਟਰਸ। ਨਹੀਂ, ਇੱਦਾਂ ਵੀ ਹੋ ਸਕਦਾ ਕਿ ਜਿਹੜਾ ਚੀਫ ਮਿਨਿਸਟਰ ਮਿਨਿਸਟਰਸ ਨੂੰ ਪੁੱਛੇ ਹੀ ਨਾ ਔਰ ਡਾਇਰੈਕਟਲੀ ਆਪ ਹੀ ਵੀਟੋ ਪਾਵਰ ਚਲਾ ਲਵੇ। ਨਹੀਂ, ਵੀਟੋ ਪਾਵਰ ਤਾਂ ਸਾਡੇ ਸੰਵਿਧਾਨ 'ਚ ਕਿਸੇ ਨੂੰ ਵੀ ਨਹੀਂ ਹੈਗੀ ਜੀ। ਚੀਫ ਮਿਨਿਸਟਰ ਦਾ ਜਿਹੜਾ ਫੈਸਲਾ ਹੈ, ਉਹ ਕਾਉਂਸਲ ਆਫ ਮਿਨਿਸਟਰਸ ਦੇ ਨਾਲ, ਸਲਾਹ ਦੇ ਨਾਲ, ਅਪਰੂਵਲ ਦੇ ਨਾਲ ਔਰ ਉਹਨਾਂ ਦੀ ਐਕਸੈਪਟੈਂਸ ਦੇ ਨਾਲ ਹੀ ਹੁੰਦੇ ਹੈ। ਓਕੇ। ਚੀਫ ਮਿਨਿਸਟਰ ਨੇ ਅਗਰ ਫੈਸਲਾ ਕੋਈ ਕੀਤਾ ਹੈ, ਅਗਰ ਕਾਉਂਸਲ ਆਫ ਮਿਨਿਸਟਰਸ ਦਾ ਉਹਦੇ 'ਤੇ ਅਪਰੂਵਲ ਹੈ,
ਇਹ ਡਿਸੀਜਨ ਕੈਬਨਿਟ ਦੇ ਵਿੱਚ ਲਿੱਤਾ ਜਾਂਦਾ ਹੈ, ਸੋ ਮਿਲ ਜੁਲ ਕੇ ਹੁੰਦਾ। ਮਿਲ ਜੁਲ ਕੇ ਹੁੰਦਾ, ਔਰ ਇੱਕ ਕੌਂਸਲ ਆਫ ਮਿਨਿਸਟਰਸ ਦਾ ਕਲੈਕਟਿਵ ਡਿਸੀਜਨ ਹੈ। ਸੋ ਮੈਂ ਜਿਹੜਾ ਇਹ ਗੱਲ ਕਹਿਣਾ ਚਾਹੁੰਦਾ ਕਿ ਇਹ ਡਿਸੀਜਨ ਜਿਹੜਾ ਹੈ, ਜਿਹੜਾ ਗਵਰਨਰ ਦੇ ਥਰੂ ਨੋਟੀਫਾਈ ਹੁੰਦਾ ਹੈ, ਇਹ ਸਰਕਾਰ ਦਾ ਡਿਸੀਜਨ ਹੈ। ਠੀਕ ਹੈ ਜੀ। ਇਸ ਡਿਸੀਜਨ ਦੇ ਵਿੱਚ ਕੋਈ ਗੈਰ ਸਰਕਾਰੀ ਸ਼ਖਸ ਜੋ ਮਰਜ਼ੀ ਪੋਜੀਸ਼ਨ ਹੋਲਡ ਕਰਦਾ ਹੋਵੇ, ਚਾਹੇ ਉਹ ਕਿਸੇ ਪੋਲੀਟੀਕਲ ਪਾਰਟੀ ਦਾ ਹੈੱਡ ਹੈ, ਜਿੱਦਾਂ ਸਾਡੇ ਸ਼੍ਰੀ ਨਵਜੋਤ ਸਿੰਘ ਸਿੱਧੂ ਸਟੇਟ ਕਾਂਗਰਸ ਦੇ ਹੈੱਡ ਹੈ, ਉਹਨਾਂ ਨੂੰ ਕੋਈ ਵੀ ਇਖਤਿਆਰ ਨਹੀਂ ਹੈ, ਕੋਈ ਰਾਈਟ ਨਹੀਂ ਹੈ ਕਿ ਉਹ ਐਡਵੋਕੇਟ ਜਨਰਲ ਦੀ ਆਫਿਸ ਦੇ ਵਿੱਚ ਨਿਯੁਕਤੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਆਪਣਾ ਨਿਰਦੇਸ਼ ਜਾਰੀ ਕਰਨ। ਨਾ ਹੀ ਉਹ ਇਹ ਨਿਰਦੇਸ਼ ਜਾਰੀ ਕਰ ਸਕਦੇ ਹੈ, ਕਿਸੇ ਨੂੰ ਡਾਇਰੈਕਟ ਕਰ ਸਕਦੇ ਹੈ ਕਿ ਜੀ ABC ਚੋਂ ਕਿਹਨੂੰ ਐਡਵੋਕੇਟ ਜਨਰਲ ਬਣਾਇਆ ਜਾਵੇ। ਨਾ ਹੀ ਉਹ ਇਹ ਨਿਰਦੇਸ਼ ਜਾਰੀ ਕਰ ਸਕਦੇ ਹੈ ਕਿ ਅਗਰ ਕੋਈ ਬਣਿਆ ਹੋਇਆ ਹੈ ਐਡਵੋਕੇਟ ਜਨਰਲ ਜਾਂ ਉਹਦੇ ਆਫਿਸ ਦਾ ਕੋਈ ਆਫਿਸਰ, ਉਹਨੂੰ ਹਟਾਇਆ ਜਾਵੇ। ਪਰ ਸਰ ਜੇ ਮੈਂ ਤੁਹਾਡੀ ਗੱਲ ਮੰਨ ਗਿਆ, ਪਰ ਮੈਨੂੰ ਇਹ ਗੱਲ ਦੱਸੋ, ਜਿਹੜੀ ਨਵਜੋਤ ਸਿੰਘ ਸਿੱਧੂ ਜੀ ਹੈ, ਉਹ ਇੱਕ ਸੱਚ ਦੀ ਲੜਾਈ ਲੜ ਰਿਹਾ ਐਸ ਪਰ ਹਿਮ। ਉਹ ਇਹ ਕਹਿੰਦੇ ਹੈ ਕਿ ਜਿਹੜੇ ਬੰਦਿਆਂ ਨੇ ਉਹਨਾਂ ਨੂੰ ਐਡਵੋਕੇਟ ਜਨਰਲ ਦੀ ਪੋਜੀਸ਼ਨ ਤੋਂ ਸ਼ਾਇਦ ਨਹੀਂ ਫਰਕ, ਉਹਨਾਂ ਨੂੰ ਇਹ ਫਰਕ ਹੈ ਕਿ ਜਿਸ ਇਨਸਾਨ ਨੇ ਕਦੀ ਇੱਕ ਐਜ਼ ਏ ਸੀਨੀਅਰ ਐਡਵੋਕੇਟ ਹੈ, ਸਾਨੂੰ ਵੀ ਪਤਾ ਦਿਉਲ ਸਾਹਿਬ, ਪਰ ਉਹਨਾਂ ਨੇ ਐਜ਼ ਏ ਕਿਸੇ ਵੇਲੇ ਸਰਕਾਰ ਦੇ ਅਗੇਂਸਟ ਜਿਹੜਾ ਬਾਦਲ ਜਿਹੜੇ ਹੈਗੇ ਆ ਗਵਰਨਮੈਂਟ ਹੈਗੇ ਆ, ਜਿਹੜੇ ਬਾਦਲਸ ਹੈਗੇ ਆ, ਉਹਨਾਂ ਦੇ ਹੱਕ 'ਚ ਇਲੈਕਸ਼ਨ ਲੜਿਆ, ਇਹ ਸਾਰਾ ਕੇਸ ਲੜਿਆ ਸੀ, ਹੈਂਡਲ ਕੀਤਾ ਸੀ। ਅੱਜ ਉਹੀ ਸਰਕਾਰ ਵੱਲੋਂ, ਮਤਲਬ ਜਿਹੜਾ ਕੇਸ ਅਸੀਂ ਕਿਤੇ ਆਪੋਜੀਸ਼ਨ ਲਈ ਲੜਿਆ, ਉਹੀ ਕੇਸ ਅਸੀਂ ਉਹਦੇ ਹੱਕ 'ਚ ਰਹਿ ਕੇ ਕਿੱਦਾਂ ਲੜਾਂਗੇ, ਉਹਨਾਂ ਨੂੰ ਸ਼ਾਇਦ ਇਸ ਚੀਜ਼ 'ਚ ਹੈ। ਕਿਉਂਕਿ ਤੁਸੀਂ ਦੇਖਿਆ ਹੋਣਾ ਬਰਗਾੜੀ ਮਾਮਲੇ ਦੇ ਵਿੱਚ ਆਲਰੇਡੀ ਸਰਕਾਰ ਬਹੁਤ ਡੀਫੇਮ ਹੋ ਚੁੱਕੀ ਹੈ। ਇਸੇ ਨੂੰ ਇਨਸਾਫ ਨੂੰ ਲੈ ਕੇ ਉਹ ਕਹਿੰਦੇ ਅਸੀਂ ਸਰਕਾਰ 'ਚ ਆਏ ਸੀ ਔਰ ਅਸੀਂ ਦੇ ਨਹੀਂ ਪਾ ਰਹੇ। ਏਡੀ ਵੱਡੀ ਇੱਕ SIT ਪੂਰੀ ਦੀ ਪੂਰੀ ਨਨ ਐਂਡ ਵਾਈਲ ਕਰ ਦਿੱਤੀ ਗਈ ਹੈ, ਉਸ 'ਤੇ ਕੁਐਸਚਨ ਖੜੇ ਕਰ ਦਿੱਤੇ ਗਏ, ਵੱਡੇ ਵੱਡੇ ਇਮਾਨਦਾਰ ਅਫਸਰਾਂ ਨੂੰ ਮਤਲਬ ਕੁਐਸਚਨਿੰਗ 'ਚ ਖੜਾ ਕਰ ਦਿੱਤਾ ਗਿਆ। ਸੋ ਸਾਰਾ ਉਹ ਵੀ ਸ਼ਾਇਦ ਸਾਨੂੰ ਜੋ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਉਸ ਪਾਰਟੀਕੂਲਰੀ ਡੈਜ਼ਿਗਨੇਸ਼ਨ ਦੇ ਅਗੇਂਸਟ ਨਹੀਂ ਹੈ। ਹੀ ਵਾਂਟਸ ਕਿ ਉੱਥੇ ਸੇਮ ਬੰਦਾ ਨਾ ਬੈਠੇ, ਕੋਈ ਹੋਰ ਬੈਠ ਜੇ। ਦੇਖੋ ਸੰਦੀਪ ਜੀ, ਇਹ ਜਿਹੜਾ ਬੇਅਦਬੀ ਦਾ ਮਾਮਲਾ ਹੈ ਜੀ, ਇਹ ਬਹੁਤ ਹੀ ਸੀਰੀਅਸ ਸੈਂਟੀਮੈਂਟਲ ਮਾਮਲਾ ਹੈ ਜੀ, ਬੜਾ ਡੈਲੀਕੇਟ ਮਾਮਲਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। 2015 ਦੇ ਵਿੱਚ ਇਹ ਮਾਮਲਾ ਹੋਇਆ ਸੀ, ਇਹ ਇਨਸੀਡੈਂਟ ਹੋਇਆ ਸੀ। ਮੈਂ ਵੀ ਉਸ ਵੇਲੇ AG ਆਫਿਸ ਦੇ ਵਿੱਚ ਐਜ਼ ਐਡੀਸ਼ਨਲ ਐਡਵੋਕੇਟ ਜਨਰਲ ਕੰਮ ਕਰ ਰਿਹਾ ਸੀ। ਉਸ ਮਾਮਲੇ ਦੀ ਜਿਹੜੀ ਇੱਕ ਸੈਂਸਿਟਿਵਿਟੀ ਹੈ, ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਕੋਈ ਡਾਊਟ ਨਹੀਂ ਹੈ। ਹਾਂ, ਗਵਰਨਮੈਂਟ ਅੱਜ ਕੱਲ੍ਹ ਦੀ ਕਿੰਨੀ ਕੁ ਸੀਰੀਅਸ ਹੈ ਉਸ ਮਾਮਲੇ ਨੂੰ ਸੁਲਝਾਉਣ ਦੇ ਲਈ, ਇਹਦੇ ਬਾਰੇ ਜ਼ਰੂਰ ਕੋਈ ਨਾ ਕੋਈ ਡਾਊਟ ਪੈਦਾ ਹੁੰਦੇ ਹੈ। ਸੋ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਗਵਰਨਮੈਂਟ ਦੀ ਸੀਰੀਅਸਨੈਸ ਨਹੀਂ ਹੈ, ਇਸ ਕਰਕੇ ਉਹ ਪੂਰੇ AG ਸਿਸਟਮ ਦਾ ਜਿਹੜਾ ਉਹ ਸਿਸਟਮ ਹੈ, ਉਹਦੀ ਗਰਿਮਾ ਹੈ, ਉਹਨੂੰ ਦਾਅ 'ਤੇ ਲਾ ਦਿੱਤਾ ਗਿਆ। ਦੇਖੋ ਦੋਨੇ ਚੀਜ਼ਾਂ ਸੰਦੀਪ ਜੀ, ਅਸੀਂ ਦੋਨੇ ਪਹਿਲੂ ਦੇਖੀਏ ਜੀ। ਪਹਿਲੀ ਗੱਲ ਤਾਂ ਇਹ ਹੈ ਕਿ ਇਹਨੂੰ ਪੋਲੀਟੀਸਾਈਜ਼ ਕਰਨਾ ਹੀ ਬਹੁਤ ਨਿੰਦਨੀय ਹੈ। ਬਿਲਕੁਲ ਠੀਕ ਹੈ ਜੀ। ਚਾਹੇ ਉਹ ਸ਼੍ਰੀ ਨਵਜੋਤ ਸਿੰਘ ਸਿੱਧੂ ਜੀ ਵੱਲੋਂ ਹੋਵੇ ਜਾਂ ਕਿਸੇ ਹੋਰ ਸ਼ਖਸ ਵੱਲੋਂ ਹੋਵੇ, ਬਿਲਕੁਲ ਠੀਕ ਹੈ। AG ਆਫਿਸ ਨੂੰ ਪੋਲੀਟੀਸਾਈਜ਼ ਕਰਨਾ ਬਹੁਤ ਹੀ ਨਿੰਦਨੀय ਹੈ। ਪਹਿਲੀ ਤਾਂ ਮੇਰੀ ਇਹ ਇੱਕ ਸੋ ਤੁਹਾਨੂੰ ਮੇਨ ਇਤਰਾਜ਼ ਇਹ ਹੈ ਕਿ AG ਆਫਿਸ ਦੀ ਗਰਿਮਾ ਨੂੰ ਜਿਹੜਾ ਹੈ ਤਾਰ-ਤਾਰ ਕੀਤਾ ਜਾ ਰਿਹਾ। ਬਿਲਕੁਲ, ਇਹ ਸਭ ਤੋਂ ਪਹਿਲੀ ਤਾਂ ਮੇਰੀ ਜਿਹੜੀ ਇੱਕ ਵਿਚਾਰ ਤੁਹਾਡੇ ਅੱਗੇ ਪੇਸ਼ ਕਰਨਾ ਹੈ, ਉਹ ਇਹੀ ਹੈ ਕਿ AG ਆਫਿਸ ਦੀ ਗਰਿਮਾ ਨੂੰ ਜਿਹੜਾ ਡਿਸਗ੍ਰੇਸ ਕੀਤਾ ਜਾ ਰਿਹਾ ਹੈ, ਜਿਹੜਾ ਖਰਾਬ ਕੀਤਾ ਜਾ ਰਿਹਾ ਹੈ ਇੱਕ ਪੋਲੀਟੀਕਲ ਪਲੇਟਫਾਰਮ ਤੋਂ, ਉਹ ਇੱਕ ਬੜੀ ਹੀ ਕੰਡੈਮਨੇਬਲ ਚੀਜ਼ ਹੈ। ਨੰਬਰ 2, ਇਸ ਤੋਂ ਇਲਾਵਾ ਦੇਖੋ ਦੂਸਰੀ ਗੱਲ ਇਹ ਹੈ ਕਿ ਜਿਹੜੇ ਵੀ ਅੱਛੇ ਵਕੀਲ ਹੈ, ਜਿਨ੍ਹਾਂ ਦੀ ਅੱਛੀ ਪ੍ਰੈਕਟਿਸ ਹੈ ਆਪਣੇ ਲੈਵਲ 'ਤੇ, ਉਹ ਹਰ ਟਾਈਮ ਉਹਨਾਂ ਨੇ ਕਿਸੇ ਨਾ ਕਿਸੇ ਤਰਫੋਂ ਕਲਾਇੰਟਸ ਵੱਲੋਂ, ਸਰਕਾਰ ਵੱਲੋਂ ਉਹਨਾਂ ਦੇ ਖਿਲਾਫ ਕੇਸਿਸ ਲੜੇ ਹੁੰਦੇ। ਅਸੀਂ ਵੀ ਆਪਣੇ ਕੈਰੀਅਰ ਦੇ ਵਿੱਚ ਬੜੇ ਕੇਸਿਸ ਐਸੇ ਹੈ ਜਦੋਂ ਸਰਕਾਰ ਦੇ ਖਿਲਾਫ ਲੜੇ। ਜਦੋਂ ਮੈਂ ਐਡੀਸ਼ਨਲ AG ਬਣਿਆ, ਉਸ ਤੋਂ ਪਹਿਲੇ ਵੀ ਸਰਕਾਰ ਦੇ ਖਿਲਾਫ ਕੇਸ ਲੜੇ। ਉਸ ਤੋਂ ਬਾਅਦ ਜਦੋਂ ਮੈਂ ਆਪਣੇ ਉਸ ਪਦ ਤੋਂ ਹਟਿਆ, ਉਸ ਤੋਂ ਬਾਅਦ ਵੀ ਸਰਕਾਰ ਦੇ ਖਿਲਾਫ ਕੇਸ ਲੜ ਰਿਹਾ। ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਆਪਣੇ ਪ੍ਰੋਫੈਸ਼ਨਲ ਓਬਲੀਗੇਸ਼ਨਸ ਜਾਂ ਆਪਣੀ ਜ਼ਿੰਮੇਵਾਰੀ ਨੂੰ ਅੱਛਾ ਨਹੀਂ ਨਿਭਾ ਰਿਹਾ। ਦੇਖੋ, ਮੇਰਾ ਕਹਿਣਾ ਇਹ ਹੈ ਕਿ ਅਗਰ ਕੋਈ ਐਸੀ ਸਿਚੁਏਸ਼ਨ ਆਉਂਦੀ ਹੈ
ਜਿੱਥੇ ਕਿ ਗਵਰਨਮੈਂਟ ਨੂੰ ਇਹ ਲੱਗਦਾ ਹੈ ਕਿ ਵੀ ਜੇ ਪਾਰਟਿਕੂਲਰ ਐਡਵੋਕੇਟ ਜਨਰਲ ਜਾਂ ਕੋਈ ਆਫੀਸਰ ਜਿਹੜਾ ਉਹ ਕੇਸ ਦੇ ਹੈਂਡਲ ਕਰਨ ਲਈ ਨਿਯੁਕਤ ਕੀਤਾ ਗਿਆ ਸੀ, ਉਹਦੀ ਆਪਣੀ ਕੋਈ ਪਰਸਨਲ ਇੰਟਰਸਟ ਕਲੈਸ਼ ਕਰਦੇ ਹੈ ਜੀ, ਤਾਂ ਸਰਕਾਰ ਆਪਣਾ ਕੋਈ ਦੂਸਰਾ ਵਕੀਲ ਬਾਹਰੋਂ ਏਜੀ ਆਫਿਸ ਦੇ ਬਾਹਰੋਂ ਵੀ ਨਿਯੁਕਤ ਕਰ ਸਕਦੀ ਹੈ। ਇਹਦੇ 'ਚ ਕੋਈ ਕਿਸੇ ਤਰ੍ਹਾਂ ਦਾ ਕੋਈ ਕਿਸੇ ਨੂੰ ਇਤਰਾਜ਼ ਨਹੀਂ ਪ੍ਰੋਵੀਜ਼ਨ ਹੈਗਾ। ਯੈਸ, ਪ੍ਰੋਵੀਜ਼ਨ ਇਹ ਗਵਰਨਮੈਂਟ ਦਾ ਇਖਤਿਆਰ ਹੈ ਜੀ। ਦੇਖੋ ਸੰਦੀਪ ਜੀ, ਤੁਹਾਡੇ ਕੋਲ ਕੋਈ ਮੁਕੱਦਮਾ ਹੋਵੇ, ਤੁਸੀਂ ਕੋਈ ਆਪਣਾ ਮੁਕੱਦਮਾ ਲੜਨਾ ਹੋਵੇ, ਇਹ ਤੁਹਾਡਾ ਪ੍ਰੈਰੋਗੇਟਿਵ ਹੈ, ਤੁਹਾਡਾ ਫੈਸਲਾ ਹੈ ਕਿ ਤੁਸੀਂ ਕਿਹਨੂੰ ਵਕੀਲ ਕਰਨਾ। ਇਸ ਕਰਕੇ ਗਵਰਨਮੈਂਟ ਦੇ ਕੋਲ ਇਹ ਪੂਰਾ ਇਖਤਿਆਰ ਹੈ ਕਿ ਇੱਕ ਕਿਸੇ ਪਾਰਟਿਕੂਲਰ ਕੇਸ ਦੇ ਵਿੱਚ ਅਗਰ ਕੋਈ ਇੱਦਾਂ ਦਾ ਕਲੈਸ਼ ਆਫ ਇੰਟਰਸਟ ਹੈ ਜੀ, ਪਹਿਲੀ ਗੱਲ ਤਾਂ ਗਵਰਨਮੈਂਟ ਕੋਲ ਇਖਤਿਆਰ ਹੈ। ਦੂਸਰਾ, ਉਸ ਵੇਲੇ ਦੇ ਜਿਹੜੇ ਇਨਕੰਬੈਂਟ ਹੈ ਐਜ਼ ਐਡਵੋਕੇਟ ਜਨਰਲ, ਜਿਨ੍ਹਾਂ ਨੂੰ ਉਸ ਵੇਲੇ ਦੇ 2015 ਚ ਸੀਗੇ ਜਿਹੜੇ ਜਿੱਦਾਂ ਹੁਣ ਜਿਹੜੇ ਅੱਜ ਦੀ ਪੋਜੀਸ਼ਨ, ਜਿੱਦਾਂ ਅੱਜ ਦੀ ਪੋਜੀਸ਼ਨ ਹੈ, ਮੈਂ ਇਹ ਕਹਿਣਾ ਚਾਹ ਰਿਹਾ, ਸਪੋਜ਼ ਵੈਸੇ ਤਾਂ ਮਿਸਟਰ APS ਦਿਓਲ ਨੇ ਆਪਣੇ ਔਨ ਦੀ ਮੋਰਲ ਗਰਾਊਂਡਸ ਆਲਰੇਡੀ ਰਿਜ਼ਾਈਨ ਕਰ ਦਿੱਤਾ 3 ਨਵੰਬਰ ਨੂੰ, ਔਰ ਉਹਨਾਂ ਦਾ ਰੈਜ਼ਿਗਨੇਸ਼ਨ ਜਿਹੜਾ ਹੈ ਉਹ ਐਕਸੈਪਟ ਹੋਇਆ ਗਵਰਨਮੈਂਟ ਵੱਲੋਂ, ਬਟ ਹੀ ਹੈਜ਼ ਬੀਨ ਆਸਕਡ ਟੂ ਕੰਟੀਨਿਊ till the new incumbent is appointed। ਲੇਕਿਨ ਮੈਂ ਇਸ ਤੋਂ ਅੱਗੇ ਕੁਝ ਕਹਿਣਾ ਚਾਹੁੰਦਾ ਕਿ ਸਪੋਜ਼ ਐਸੀ ਸਿਚੁਏਸ਼ਨ ਆ ਜਾਂਦੀ ਹੈ ਕਿ ਮਿਸਟਰ APS ਦਿਓਲ ਨੂੰ ਇਹ ਲੱਗਦਾ ਹੈ ਕਿ ਵੀ ਇਸ ਕੇਸ ਦੇ ਵਿੱਚ ਮੈਂ ਐਜ਼ ਐਡਵੋਕੇਟ ਜਨਰਲ ਐਥੀਕਲੀ ਇਹਦੇ 'ਚ ਇਨਵੋਲਵ ਨਹੀਂ ਹੋ ਸਕਦਾ ਇਸ ਕੇਸ ਦੇ ਵਿੱਚ, ਤਾਂ ਉਹ ਇੱਕ ਐਥੀਕਲ ਡਿਸੀਜਨ ਲੈ ਸਕਦੇ ਹੈ। ਉਹ ਕਹਿ ਸਕਦੇ ਹੈ ਕਿ ਵੀ ਇਸ ਕੇਸ ਦੇ ਵਿੱਚ ਗਵਰਨਮੈਂਟ ਨੂੰ ਐਡਵਾਈਸ ਕਰ ਸਕਦੇ ਹੈ ਕਿ ਵੀ ਇਸ ਕੇਸ ਦੇ ਵਿੱਚ ਡਿਊ ਟੂ ਸਮ ਪਰਸਨਲ ਕਲੈਸ਼ ਆਫ ਇੰਟਰਸਟ ਕੋਈ ਬਾਹਰੋਂ ਕੋਈ ਕੰਪੀਟੈਂਟ ਐਡਵੋਕੇਟ ਜਿਹੜਾ ਹੈ ਗਵਰਨਮੈਂਟ ਨਿਯੁਕਤ ਕਰ ਲਵੇ। ਨਹੀਂ, ਮੈਂ ਇੱਥੇ ਪੁੱਛਣਾ ਚਾਹਾਂਗਾ ਕਿ ਕੋਈ ਬਾਹਰੋਂ ਜਾਂ ਜਿਵੇਂ ਤੁਸੀਂ ਦੱਸਿਆ ਕਿ ਇਹ ਇੱਕ ਵੱਡੀ ਟੀਮ ਹੁੰਦੀ ਹੈ, ਜਿਵੇਂ ਐਡੀਸ਼ਨਲਸ ਵੀ ਹੁੰਦੇ ਸਰ, ਕਿ ਐਡੀਸ਼ਨਲਸ ਨੂੰ ਜਿਹੜੇ ਉਸ ਟੀਮ ਦੇ ਹੈਗੇ ਹੈ ਉਹਨਾਂ ਨੂੰ ਡਿਪਿਊਟ ਕੀਤਾ ਜਾ ਸਕਦਾ ਹੈ, ਆਥੋਰਾਈਜ਼ ਕੀਤਾ ਜਾ ਸਕਦਾ ਹੈ, ਜਾਂ ਬਾਹਰੋਂ ਵੀ ਹਾਇਰ ਉਹ ਉੱਦਾਂ ਹੀ ਰਹਿਣ ਤੇ ਬਾਹਰੋਂ ਵੀ ਕੋਈ ਸੀਨੀਅਰ ਹਾਇਰ ਕੀਤਾ ਜਾ ਸਕਦਾ? ਦੇਖੋ, ਮੈਂ ਤੁਹਾਡੀ ਦੋਨੇ ਗੱਲਾਂ ਦਾ ਜਵਾਬ ਦਊਂਗਾ। ਨੰਬਰ 1 ਤਾਂ ਜਿਹੜੀ ਮੈਂ ਬਾਹਰੋਂ ਦੀ ਗੱਲ ਕਰ ਰਿਹਾ ਸੀ, ਇਹ ਕੋਈ ਨਵੀਂ ਗੱਲ ਨਹੀਂ ਹੈਗੀ। ਅੱਛਾ, ਕਿ ਬਾਹਰੋਂ ਹੋਇਆ ਇਦਾਂ ਦਾ? ਹਾਂ, ਦੇਖੋ ਸਾਡੇ ਟੈਨਿਓਰ ਦੇ ਵਿੱਚ 2011 ਦੇ ਵਿੱਚ ਜਦੋਂ ਮਿਸਟਰ ਹਰੀਸ਼ ਰਾਏ ਟਾਂਡਾ ਨੂੰ PPSC ਦਾ ਚੇਅਰਮੈਨ ਅਪਾਇੰਟ ਕੀਤਾ ਗਿਆ ਸੀ ਔਰ ਉਹਨਾਂ ਦੀ ਓਥ ਸੈਰੇਮਨੀ ਹੋਣੀ ਸੀ, ਤਾਂ ਉਹ ਚੈਲੰਜ ਹੋ ਗਈ ਸੀ ਔਰ ਉਸ ਵੇਲੇ ਸ਼੍ਰੀ ਬਲਦੇਵ ਸਿੰਘ ਸੀਨੀਅਰ ਐਡਵੋਕੇਟ ਜਿਹੜੇ ਸੀ ਸਾਡੇ ਐਡਵੋਕੇਟ ਜਨਰਲ ਸੀਗੇ, ਔਰ ਉਸ ਵੇਲੇ ਗਵਰਨਮੈਂਟ ਨੇ ਸ਼੍ਰੀ PP ਰਾਓ ਜਿਹੜੇ ਸੀਨੀਅਰ ਐਡਵੋਕੇਟ ਹੈ ਸੁਪਰੀਮ ਕੋਰਟ 'ਚ, ਉਹਨਾਂ ਨੂੰ ਅਪੁਆਇੰਟ ਕੀਤਾ ਉਸ ਕੇਸ ਨੂੰ ਕੰਡਕਟ ਕਰਨ ਲਈ ਗਵਰਨਮੈਂਟ ਦੇ ਵੱਲੋਂ। ਓਕੇ, ਸੋ ਐਸੇ ਐਗਜ਼ਾਮਪਲਸ ਹੈਗੇ ਹੈ। ਬਿਲਕੁਲ ਠੀਕ ਹੈ। ਸੋ ਇਸ ਤਰੀਕੇ ਨਾਲ ਅਗਰ ਕਿਸੇ ਪਾਰਟਿਕੂਲਰ ਕੇਸ ਦੇ ਵਿੱਚ ਉਸ ਵੇਲੇ ਐਡਵੋਕੇਟ ਜਨਰਲ ਇਹ ਐਥੀਕਲ ਡਿਸੀਜਨ ਲੈਣਾ ਚਾਹਣ ਤਾਂ ਲੈ ਸਕਦੇ ਹੈ ਕਿ ਵੀ ਇਸ ਕੇਸ ਦੇ ਵਿੱਚ ਅਸੀਂ ਆਪਣੇ ਦੂਸਰੇ ਆਫਿਸ ਦੇ ਕੋਈ ਹੋਰ ਵਕੀਲ ਨੂੰ ਅਪੁਆਇੰਟ ਕਰਕੇ ਉਸ ਕੇਸ ਨੂੰ ਕੰਡਕਟ ਕਰਵਾਈਏ, ਜਾਂ ਗਵਰਨਮੈਂਟ ਅਪਾਇੰਟ ਕਰ ਸਕਦੀ ਹੈ। ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇਹ ਬਰਗਾੜੀ ਵਾਲਾ ਜਿਹੜਾ ਮਾਮਲਾ ਹੈ, ਇਸ ਦੇ ਚੱਕਰ ਦੇ ਵਿੱਚ ਜਿਹੜੇ AG ਆਫਿਸ ਦੀ ਗਰਿਮਾ ਨੂੰ ਦਾਗਦਾਰ ਨਾ ਕੀਤਾ ਜਾਏ, ਮਤਲਬ ਧੂਮਿਲ ਨਾ ਕੀਤਾ ਜਾਏ, ਔਰ ਜੇ ਸਰਕਾਰ ਇੰਨੀ ਹੀ ਸੀਰੀਅਸ ਹੈ ਤੇ ਉਹਨਾਂ ਕੋਲ ਆਲਰੇਡੀ ਪ੍ਰੋਵੀਜ਼ਨ ਹੈਗਾ ਲਾਅ ਦੇ ਵਿੱਚ, ਉਹ ਨਵਾਂ ABCD ਕੋਈ ਵੀ ਰਿਸਪੈਕਟਡ ਸਾਡੇ ਐਡਵੋਕੇਟ ਸਾਹਿਬ ਨੂੰ ਉਸ ਕੇਸ ਲਈ ਪਾਰਟਿਕੂਲਰ ਕੇਸ ਲਈ AG ਅਪਾਇੰਟ ਕਰਨ ਔਰ ਕੰਮ ਹੋ ਜਾਵੇ। ਇਹ ਬੇਸਿਕਲੀ ਤੁਸੀਂ ਕਹਿ ਰਹੇ ਹੋ ਰਾਜਨੀਤਿਕ ਪਾਰਟੀਆਂ ਆਪਣੀ ਸੱਤਾ ਦੇ ਚੱਕਰ ਦੇ ਵਿੱਚ ਜਿਹੜਾ ਪੂਰੇ ਦੇ ਪੂਰੇ ਇੱਕ ਸਿਸਟਮ ਨੂੰ ਦਾਗਦਾਰ ਕਰ ਰਹੀ। ਬਿਲਕੁਲ ਬਿਲਕੁਲ, ਇਹੀ ਮੇਰਾ ਤੁਸੀਂ ਹੁਣ ਮੈਨੂੰ ਮੇਰੇ ਗੱਲ ਨੂੰ ਤੁਸੀਂ ਕੈਚ ਕੀਤਾ। ਔਰ ਦੇਖੋ, ਗਵਰਨਮੈਂਟ ਆਫ ਇੰਡੀਆ ਲੈਵਲ 'ਤੇ ਵੀ ਤੁਹਾਨੂੰ ਪਤਾ ਹੋਏਗਾ ਕਿ ਜਦੋਂ ਉੱਥੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਵੱਲੋਂ ਜਿਹੜੇ ਸਾਡੇ ਇੱਕ ਪਾਕਿਸਤਾਨ ਦੇ ਸੀਗੇ ਕੇਸ ਦੇ ਵਿੱਚ ਇਨਵੋਲਵ ਹੋਏ ਪਾਕਿਸਤਾਨ ਨੇ ਕੀਤਾ ਹੋਇਆ ਸੀ, ਹਾਂ, ਉਸ ਵੇਲੇ ਮਿਸਟਰ ਹਰੀਸ਼ ਸਾਲਵੇ ਨੂੰ ਅਪੁਆਇੰਟ ਕੀਤਾ ਸੀ। ਉਹਨਾਂ ਨੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਗਵਰਨਮੈਂਟ ਆਫ ਇੰਡੀਆ ਦੀ ਪੈਰਵਾਈ ਕੀਤੀ। ਹਾਲਾਂਕਿ ਹੀ ਵਾਜ਼ ਨਾਟ ਦੀ ਅਟਾਰਨੀ ਜਨਰਲ ਆਫ ਇੰਡੀਆ, ਹੀ ਵਾਜ਼ ਨਾਟ ਦੀ ਸੋਲਿਸਿਟਰ ਜਨਰਲ ਆਫ ਇੰਡੀਆ, ਸਪੈਸ਼ਲ ਪ੍ਰੋਸੀਕਿਊਟਰ ਅਪੁਆਇੰਟ ਕੀਤੇ ਜਾਂਦੇ। ਇਹਦੇ 'ਤੇ ਸੈਂਕੜੋਂ ਐਗਜ਼ਾਮਪਲਸ ਹੈ। ਸੋ ਇਸ ਤਰੀਕੇ ਨਾਲ ਦੇਖੋ, ਐਡਵੋਕੇਟ ਜਨਰਲ ਆਫਿਸ ਜਾਂ ਐਡਵੋਕੇਟ ਜਨਰਲ ਸਰਕਾਰ ਦਾ ਜਿਹੜਾ ਸਟੇਟ ਦੇ ਹੁੰਦੇ ਆ, ਉਹਨਾਂ ਨੇ ਕੋਈ ਇੱਕ ਕੇਸ ਨਹੀਂ ਕਰਨਾ, ਉਹਨਾਂ ਨੇ ਕਈ ਸੈਂਕੜੋਂ ਕੇਸਿਸ ਕੰਡਕਟ ਕਰਨੇ ਹੈ। ਉਹ ਸੈਂਕੜੋਂ ਕੇਸਿਸ ਨੂੰ ਕੰਟਰੋਲ ਕਰਨਾ ਹੈ, ਮੋਨੀਟਰ ਕਰਨਾ ਹੈ, ਮੈਨੇਜ ਕਰਨਾ ਹੈ।
ਸੋ ਤੁਹਾਡੇ ਕਹਿਣ ਦਾ ਮਤਲਬ ਇਹ ਹੈ, ਜੋ ਸਸੀ ਤੁਹਾਡੀ ਚੀਜ਼ ਤੋਂ ਸਮਝ ਲੱਗੀ ਹੈ ਕਿ ਕੁੱਲ ਮਿਲਾ ਕੇ ਸ਼ਾਇਦ ਬਰਗਾੜੀ ਮਾਮਲਾ ਅੱਜ ਵੀ ਸਰਕਾਰ ਹੱਲ ਨਹੀਂ ਕਰਨਾ ਚਾਹੁੰਦੀ, ਨੀਅਤ ਅਲੱਗ ਤਰ੍ਹਾਂ ਦੀ ਹੈ, ਕਿਉਂਕਿ ਜਿਹੜੀ ਚੀਜ਼ਾਂ ਤੁਸੀਂ ਦਸੀਆਂ ਆਲਰੇਡੀ ਐਗਜ਼ਾਮਪਲਸ ਹੈਗੇ ਆ, ਆਲਰੇਡੀ ਸਾਰਾ ਸਿਸਟਮ ਦੇ ਵਿੱਚ ਪ੍ਰੋਵੀਜ਼ਨਸ ਹੈਗੇ ਆ। ਸੋ ਜਸਟ ਇਹ ਜਨਤਾ ਨੂੰ ਕਿਤੇ ਨਾ ਕਿਤੇ ਸ਼ਾਇਦ ਮੈਂ ਵਰਡ ਯੂਜ਼ ਕਰ ਰਿਹਾ, ਜਿੱਥੇ ਤੱਕ ਮੈਂ ਸਮਝਿਆ, ਜੇ ਮੈਂ ਗਲਤ ਹੋਵਾਂ ਤਾਂ ਦੱਸਿਆ, ਕਿਤੇ ਨਾ ਕਿਤੇ ਜਨਤਾ ਨੂੰ ਜਾਂ ਆਪਣੀ ਪਬਲਿਸਿਟੀ ਨੂੰ ਵਧਾਉਣ ਲਈ ਜਾਂ ਜਨਤਾ ਨੂੰ ਘੁਮਾਉਣ ਲਈ ਇੱਕ ਦੂਜੇ ਵੱਲ ਬਾਲ ਖਿੱਚ ਲਈ ਜਾ ਰਹੇ ਆ ਕਿ ਇੱਦਾਂ ਕਰ ਦਿਓ। ਉਸ 'ਚ ਏਜੀ ਆਫਿਸ ਅਲੱਗ ਬਦਨਾਮ ਹੋ ਰਿਹਾ, ਐਡਵੋਕੇਟ ਜਨਰਲ ਜਿਹੜੇ ਹੈਗੇ ਆ ਉਹ ਅਲੱਗ, ਉਹਨਾਂ ਦੀ ਜਿਹੜੀ ਹੈਗੀ ਹੈ ਰਿਸਪੈਕਟ ਧੂਮਿਲ ਹੋ ਰਹੀ ਹੈ ਕੁੱਲ ਮਿਲਾ ਕੇ। ਕਿਉਂਕਿ ਜੇ ਨੀਅਤ ਹੋਵੇ ਤਾਂ ਫਿਰ ਤਾਂ ਇੰਨਾ ਕਲੇਸ਼ ਹੀ ਨਹੀਂ ਹੈ, ਫਿਰ ਤਾਂ ਆਲਰੇਡੀ ਸਿੱਧਾ ਇੱਕ ਸਿਸਟਮ 'ਚ ਨਵਾਂ ਐਡਵੋਕੇਟ ਜਨਰਲ ਉਸ ਕੇਸ ਲਈ ਪਾਰਟੀਕੂਲਰਲੀ ਅਪਾਇੰਟ ਕਰੋ ਤੇ ਕੰਮ ਹੋ ਜਾਵੇ। ਸਪੈਸ਼ਲ ਪ੍ਰੋਸੀਕਿਊਟਰ ਜਿਹੜੇ ਅਪਾਇੰਟ ਕੀਤਾ ਜਾ ਸਕਦਾ। ਸੋ ਇੱਥੋਂ ਪਤਾ ਲੱਗਦਾ ਪਿਆ ਕਿ ਸਾਰੇ ਇਸ਼ੂ ਨੂੰ ਇੱਕ ਸਾਈਡ ਟਰੈਕ ਕਰਨ ਦੀ ਕੋਸ਼ਿਸ਼ ਹੈ ਪ੍ਰੈਜ਼ੈਂਟ ਗਵਰਨਮੈਂਟ ਵੱਲੋਂ ਜਾਂ ਈਵਨ ਕਾਂਗਰਸ ਪਾਰਟੀ ਵੱਲੋਂ, ਕਿਉਂਕਿ ਅਗਰ ਨਾ ਹੀ ਇਹ ਇੱਥੋਂ ਲੱਗਦਾ ਹੈ ਕਿ ਨਾ ਹੀ ਸਰਕਾਰ ਇਸ ਲਈ ਇੰਟਰਸਟਿਡ ਹੈ ਜਾਂ ਸੀਰੀਅਸ ਹੈ ਕਿ ਇਸ ਮੈਟਰ ਨੂੰ ਅਸੀਂ ਕਿਸੇ ਨਾ ਕਿਸੇ ਲੌਜੀਕਲ ਕਨਕਲੂਜਨ ਤੱਕ ਲੈ ਕੇ ਜਾਈਏ। ਬਿਲਕੁਲ ਠੀਕ ਹੈ। ਨਾ ਹੀ ਕਾਂਗਰਸ ਪਾਰਟੀ ਇਹਦੇ ਵੱਲੋਂ ਸੀਰੀਅਸ ਲੱਗਦੀ ਹੈ ਕਿ ਇਸ ਦਾ ਕੋਈ ਹੱਲ ਪਬਲਿਕ ਦੇ ਸਾਹਮਣੇ ਆਵੇ, ਇਹਨੂੰ ਲਿੰਗਰ ਔਨ ਕਰਨਾ ਚਾਹੁੰਦੀ ਹੈ ਤਾਂ ਕਿ ਦੇਖੋ ਇਲੈਕਸ਼ਨਸ ਆਪਣੇ ਹੋਰ 2-3 ਮਹੀਨੇ ਦੇ ਪੀਰੀਅਡ ਦੇ ਬਾਅਦ ਇਲੈਕਸ਼ਨ ਰਹਿ ਗਏ ਜੀ, ਕੋਡ ਆਫ ਕੰਡਕਟ ਲੱਗਣ 'ਚ 3 ਮਹੀਨੇ ਰਹਿ ਗਏ ਇਲੈਕਸ਼ਨਸ ਨੂੰ ਹੋਲਡ ਕਰਨ ਦੇ ਵਿੱਚ। ਸੋ ਇਹ ਮਸਲਾ ਤਾਂ ਕਿ ਅੱਗੇ ਤੋਂ ਅੱਗੇ ਇਹ ਵਧੀ ਜਾਵੇ, ਇਹ ਡਿਲੇ ਹੁੰਦਾ ਰਵੇ। ਔਰ ਨੂਰਾ ਕੁਸ਼ਤੀ ਕਰ ਰਹੇ ਆਪਸ 'ਚ ਕਿ ਅਸੀਂ ਤਾਂ ਦੇਖੋ ਕੋਸ਼ਿਸ਼ ਕੀਤੀ, ਸਾਡੀ ਸੁਣੀ ਨਹੀਂ ਗਈ, ਜਦ ਕਿ ਆਲਰੇਡੀ ਸਾਰੇ ਪ੍ਰੋਵੀਜ਼ਨ ਇਹ ਤਾਂ ਇਹੀ ਜਿਹੜਾ ਇੱਕ ਬੜਾ ਫਰੇਜ਼ ਅਪਲਾਈ ਹੁੰਦਾ ਹੈ ਕਿ ਰਾਈਟ ਹੈਂਡ ਡਜ਼ ਨਾਟ ਨੋ ਵਾਟ ਦੀ ਲੈਫਟ ਹੈਂਡ ਇਜ਼ ਡੂਇੰਗ। ਬਿਲਕੁਲ ਠੀਕ ਹੈ। ਕਾਂਗਰਸ ਪਾਰਟੀ ਦੀ ਸਰਕਾਰ ਹੋਵੇ ਔਰ ਕਾਂਗਰਸ ਦੇ ਹੈੱਡ ਜਿਹੜੇ ਹੈ ਉਹ ਕੁਝ ਕਹਿਣ ਔਰ ਕਾਂਗਰਸ ਦੀ ਜਿਹੜੀ ਸਰਕਾਰ ਹੈ ਸਟੇਟ 'ਚ ਬਣੀ ਹੋਈ ਉਹ ਕੁਝ ਹੋਰ ਕਹਿਣ। ਨਵਜੋਤ ਸਿੰਘ ਸਿੱਧੂ ਜੀ ਕਹਿੰਦੇ ਆ ਜੀ ਕਿ ਇਹ ਜਿਹੜੇ ਸ਼ਖਸ ਹੈ ਜਿਨ੍ਹਾਂ ਨੂੰ ਅਪਾਇੰਟ ਕੀਤਾ ਗਿਆ, ਐਡਵੋਕੇਟ ਜਨਰਲ ਬਣਾਇਆ ਗਿਆ ਹੈ, ਉਹ ਸਹੀ ਨਹੀਂ ਹੈ, ਉਹ ਇਸ ਦੇ ਲਈ ਫਿੱਟ ਨਹੀਂ ਹੈਗੇ ਤੇ ਉਹਨਾਂ ਨੂੰ ਉਤਾਰਿਆ ਜਾਵੇ। ਜਦੋਂ ਤੱਕ ਨਵਾਂ ਨਹੀਂ ਬਣੇਗਾ ਮੈਂ ਚਾਰਜ ਨਹੀਂ ਲਵਾਂਗਾ। ਦੂਸਰੇ ਪਾਸੇ ਸਾਡੇ ਚੀਫ ਮਿਨਿਸਟਰ ਹੈ, ਜਿਹੜੇ ਗਵਰਨਮੈਂਟ ਦੇ ਲੋਕ ਹੈ, ਉਹ ਕਹਿੰਦੇ ਆ ਕਿ ਜੋ ਅਸੀਂ ਕੀਤਾ ਹੈ ਬਿਲਕੁਲ ਸਹੀ ਕੀਤਾ ਹੈ, ਜੋ ਚੱਲ ਰਿਹਾ ਹੈ ਬਿਲਕੁਲ ਸਹੀ ਚੱਲ ਰਿਹਾ ਹੈ, ਅਸੀਂ ਤਾਂ ਬਹੁਤ ਹੀ ਅੱਛਾ ਕੰਮ ਕਰ ਰਹੇ ਹਾਂ। ਸੋ ਇਹ ਦੋਨੇ ਗੱਲਾਂ ਮੇਲ ਨਹੀਂ ਖਾਂਦੀਆਂ। ਸੋ ਇਹ ਚੀਜ਼ਾਂ ਨੂੰ ਦੇਖਦੇ ਹੋਏ ਇਹ ਮਨ ਦੇ ਵਿੱਚ ਇਹੀ ਗੱਲ ਨਿਕਲਦੀ ਹੈ, ਅਸਲੀਅਤ ਇਹੀ ਨਿਕਲਦੀ ਹੈ ਸਾਡੇ ਕਿ ਬਈ ਇਹ ਸਾਰੀ ਚੀਜ਼ ਨੂੰ ਪੋਲੀਟੀਸਾਈਜ਼ ਕਰਕੇ ਲੋਕਾਂ ਨੂੰ ਬਰਗਲਾ ਕੇ ਬੇਅਦਬੀ ਮਾਮਲਾ ਤਾਂ ਕੀ ਹੈ ਇੱਦਾਂ ਦਾ ਇੱਦਾਂ ਹੀ ਇਹ ਅਲਾਈਵ ਰਵੇ, ਇਹਦਾ ਕੋਈ ਹੱਲ ਨਾ ਹੋਵੇ। ਔਰ ਇਸੇ ਤਰੀਕੇ ਨਾਲ ਜਿਹੜੇ ਹੋਰ ਵੀ ਮੁੱਦੇ ਹੈ, ਇਹਨਾਂ ਨੇ ਪਹਿਲੇ 18 ਨੁਕਤੀ ਪ੍ਰੋਗਰਾਮ ਬਣਾਇਆ, ਫਿਰ 5 ਨੁਕਤੀ ਪ੍ਰੋਗਰਾਮ ਬਣਾਇਆ। ਉਹਨਾਂ 18 ਨੁਕਤਿਆਂ ਦੇ ਵਿੱਚੋਂ ਕੋਈ ਸਾਨੂੰ ਸਾਹਮਣੇ ਨਜ਼ਰ ਆ ਰਿਹਾ ਹੱਲ ਹੁੰਦਾ ਹੋਇਆ, ਨਾ ਹੀ 5 ਨੁਕਤਿਆਂ 'ਚੋਂ ਕੋਈ ਹੱਲ ਹੁੰਦਾ ਨਜ਼ਰ ਆ ਰਿਹਾ। ਸੋ ਇਹ ਸਾਰੀ ਜਿਹੜੀ ਹੈ ਟਾਈਮ ਕੱਢਿਆ ਜਾ ਰਿਹਾ, ਪੋਲੀਟੀਕਲ ਗੇਮ ਹੈ। ਔਰ ਸਭ ਤੋਂ ਜਿਹੜੀ ਮੈਨੂੰ ਜਿਸ ਚੀਜ਼ ਦਾ ਅਫਸੋਸ ਹੁੰਦਾ ਹੈ ਕਿ ਇਹ ਏਜੀ ਆਫਿਸ ਜਿਹੜਾ ਇੱਕ ਕੌਂਸਟੀਟਿਊਸ਼ਨਲ ਆਫਿਸ ਹੈ, ਉਹਨੂੰ ਬਹੁਤ ਤਰੀਕੇ ਨਾਲ ਡਿਸਗ੍ਰੇਸ ਕੀਤਾ ਜਾ ਰਿਹਾ ਹੈ। ਇਸ ਗੱਲ ਲਈ ਜਿੰਨੀ ਨਿੰਦਾ ਕੀਤੀ ਜਾਏ ਉਨੀ ਘੱਟ ਹੈ। ਥੈਂਕ ਯੂ ਸਰ, ਥੈਂਕ ਯੂ। ਸੋ ਦੋਸਤੋ, ਇਹ ਸੀਗੇ ਸਾਡੇ ਨਾਲ ਜਿਹੜੇ ਪੂਰਵ ਐਡੀਸ਼ਨਲ ਐਡਵੋਕੇਟ ਜਨਰਲ ਪਿਊਸ਼ ਕਾਂਤ ਜੈਨ ਜੀ, ਜਿਨ੍ਹਾਂ ਨੇ ਬੜਾ ਕਲੀਅਰ ਕੱਟ ਕਿਹਾ ਕਿ ਆਲਰੇਡੀ ਇਹਨਾਂ ਨੇ ਸਿੱਧੇ ਤਰੀਕੇ ਨਾਲ ਆਪਣੀ ਐਕਸਪਰਟ ਦਾ ਵਿਊ ਦਿੱਤਾ ਔਰ ਇਹਨਾਂ ਨੇ ਬੜਾ ਕਲੀਅਰ ਦੱਸਿਆ ਕਿ ਆਲਰੇਡੀ ਸਾਰੇ ਪ੍ਰੋਵੀਜ਼ਨਸ ਹੈਗੇ ਆ, ਸਾਰੀਆਂ ਚੀਜ਼ਾਂ ਹੈਗੀਆਂ, ਫਿਰ ਵੀ ਇੱਕ ਪੋਲੀਟੀਕਲ ਮੋਟਿਵ ਲਈ ਇੱਕ ਪੂਰੇ ਸਿਸਟਮ ਨੂੰ ਡਿਸਗ੍ਰੇਸ ਕੀਤਾ ਜਾ ਰਿਹਾ ਹੈ। ਇਹਦੇ ਤੋਂ ਇਹ ਲੱਗਦਾ ਹੈ ਕਿ ਸਰਕਾਰ ਦੀ ਨੀਅਤ ਕਿੰਨੀ ਹੈਗੀ ਹੈ, ਸਾਫ਼ ਹੈਗੀ ਹੈ ਇਸ ਮਾਮਲੇ ਨੂੰ ਹੱਲ ਕਰਨ ਲਈ। ਸਾਰਾ ਦਾ ਸਾਰਾ ਦਾਰੋਮਦਾਰ ਇਸ ਚੀਜ਼ 'ਤੇ ਹੈ ਕਿਉਂਕਿ ਪ੍ਰੋਵੀਜ਼ਨਸ ਆਲਰੇਡੀ ਹੈ, ਸਾਰੀਆਂ ਚੀਜ਼ਾਂ ਆਲਰੇਡੀ ਕੀਤੀਆਂ ਹੋਈਆਂ, ਲਾਅ ਆਲਰੇਡੀ ਹੈਗਾ। ਫਿਰ ਜੇ ਨਵਜੋਤ ਸਿੰਘ ਸਿੱਧੂ ਜੀ ਨੂੰ ਕੋਈ ਪ੍ਰੋਬਲਮ ਹੈਗੀ ਹੈ ਇਸ ਕੇਸ ਦੇ ਨਾਲ ਰਿਲੇਟਿਡ, ਤੇ ਉਹਦੇ ਲਈ ਇੱਕ ਐਡੀਸ਼ਨਲ ਸਪੈਸ਼ਲ ਪਰਪਸ ਇੱਕ ਏਜੀ ਵੀ ਲਗਾਇਆ ਜਾ ਸਕਦਾ। ਫਿਰ ਕਮੀ ਕਿੱਥੇ ਹੈ ਇਹ ਹੁਣ ਜਨਤਾ ਖੁਦ ਸਮਝ ਸਕਦੀ ਹੈ। ਇੱਦਾਂ ਹੀ ਵੱਖ-ਵੱਖ ਮੁੱਦਿਆਂ 'ਤੇ ਐਕਸਪਰਟ ਦੇ ਵੱਲੋਂ ਅਸੀਂ ਤੁਹਾਨੂੰ ਜਿਹੜੀ ਹੈਗੀ ਹੈ ਰਾਏ ਜ਼ਰੂਰ ਦਿਵਾਉਂਦੇ ਰਹਾਂਗੇ। ਦੇਖਦੇ ਰਹੋ, ਬਨੇ ਰਹੋ ਜਨਹਿਤੈਸ਼ੀ। ਧੰਨਵਾਦ। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।